ਹੈਲੋ ਜੀ ਸਾਰਿਆਂ ਨੂੰ। ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਨਾਲ ਹੀ ਤੁਹਾਡਾ ਵੈਲਕਮ ਕਰਦੀ ਹਾਂ, ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਸਟਾਕ ਮਾਰਕੀਟ ਐਜੂਕੇਸ਼ਨ ਵੀਡੀਓਜ਼ ਦੇ ਉੱਤੇ। ਤੇ ਅੱਜ ਮੈਂ ਗੱਲ ਕਰਾਂਗੀ ਆਮ ਦੇ ਆਈਪੀਓ ਦੀ। ਇੱਕ ਵਾਰ ਫਿਰ ਤੋਂ ਇੱਕ ਦੋ ਚੀਜ਼ਾਂ ਹੋਰ ਨਵੀਆਂ ਐਡ ਹੋਈਆਂ ਸੀਗੀਆਂ। ਕੁਝ ਇਨਫੋਰਮੇਸ਼ਨ ਰਿਪੀਟ ਹੋ ਸਕਦੀ ਹੈ ਬਟ ਮੈਨੂੰ ਲੱਗਾ ਥੋੜੇ ਜੋ ਅਪਡੇਟਸ ਆਏ ਹਨ ਤੁਹਾਡੇ ਨਾਲ ਸ਼ੇਅਰ ਕਰਾਂ। ਵਿੱਚ ਚਲੋ ਦੇਖਦੇ ਹਾਂ ਕਿ ਅਪਡੇਟਸ ਆਏ ਹਨ ਆਮ ਆਈਪੀਓ ਦੇ ਉੱਤੇ। ਉਹਨਾਂ ਨੇ ਟਿਊਜ਼ਡੇ ਅਨਾਉਂਸ ਕੀਤਾ ਕਿ ਵੀ ਅਸੀਂ ਸ਼ੁਰੂ ਕਰ ਦਿੱਤਾ ਹੈ ਆਪਣਾ ਰੋਡ ਸ਼ੋਅ। ਜਿਵੇਂ ਮੈਂ ਪਹਿਲੇ ਹੀ ਬੋਲਿਆ ਸੀ, ਰੋਡ ਸ਼ੋਅ ਦੇ ਵਿੱਚ ਉਹ ਪ੍ਰਮੋਸ਼ਨ ਕਰਦੇ ਹਨ ਆਪਣੇ ਸ਼ੇਅਰਸ ਦੀ, ਆਪਣੀ ਕੰਪਨੀ ਦੀ, ਤਾਂ ਕਿ ਇਨਵੈਸਟਰਸ ਜਿਹੜੇ ਹਨ ਉਹ ਇਨਵੈਸਟ ਕਰ ਸਕਣ। ਉਹਨਾਂ ਨੂੰ ਰੀਜ਼ਨਸ ਦਿੰਦੇ ਹਨ, ਉਹਨਾਂ ਨੂੰ ਦੱਸਦੇ ਹਨ ਕਿਉਂ ਤੁਹਾਨੂੰ ਇਨਵੈਸਟ ਕਰਨਾ ਚਾਹੀਦਾ ਹੈ। ਸੋ ਉਹਨਾਂ ਦਾ ਰੋਡ ਸ਼ੋਅ ਸ਼ੁਰੂ ਹੋ ਚੁੱਕਿਆ ਹੈ। ਸੋ ਜੋ ਆਮ ਦਾ ਆਈਪੀਓ ਹੈ, ਆਮ ਦੇ ਸ਼ੇਅਰਸ ਹਨ, ਉਹ ਨੈਸਡੈਕ ਦੇ ਉੱਤੇ ਲਿਸਟ ਹੋਣਗੇ। ਇਹਨੂੰ ADS ਵੀ ਬੋਲਦੇ ਹਾਂ। ADS ਕੀ ਹੈ ਕਿਸੇ ਹੋਰ ਵੀਡੀਓ 'ਚ ਡਿਸਕਸ ਕਰਾਂਗੇ ਬਟ ਫॉर ਨਾਓ ADS ਇਹ ਹੈਗਾ ਅਮਰੀਕਨ ਡਿਪੋਜ਼ਿਟਰੀ ਸ਼ੇਅਰਸ ਹੁੰਦੇ ਹਨ। ਜਦੋਂ ਕਿ ਕੋਈ ਕੰਪਨੀ ਫੋਰਨ ਹੁੰਦੀ ਹੈ, ਜਿਸ ਤਰ੍ਹਾਂ ਕਿ ਇਹ UK ਬੇਸਡ ਹੈ ਬਟ ਆਪਣਾ ਆਈਪੀਓ ਲਾਂਚ ਕਰ ਰਹੀ ਹੈ ਅਮਰੀਕਾ ਦੇ ਵਿੱਚ, ਤਾਂ ਇਹਦੇ ਸ਼ੇਅਰਸ ਨੂੰ ADS ਕਿਹਾ ਜਾਵੇਗਾ। ਉਹਦੀ ਡਿਟੇਲ ਆਪਾਂ ਕਿਸੇ ਦਿਨ ਫਿਰ ਡਿਸਕਸ ਕਰਾਂਗੇ ਬਟ ਤੁਸੀਂ ਟ੍ਰੀਟ ਇਹਨੂੰ ਆਰਡੀਨਰੀ ਸ਼ੇਅਰਸ, ਕਾਮਨ ਸ਼ੇਅਰਸ ਦੀ ਤਰ੍ਹਾਂ ਹੀ ਕਰੋਗੇ ਤੇ ਦੂਸਰੇ ਸ਼ੇਅਰਸ ਦੀ ਤਰ੍ਹਾਂ ਹੀ ਟ੍ਰੇਡ ਕਰਨਗੇ ਐਕਸਚੇਂਜ ਦੇ ਉੱਤੇ, ਬਟ ਕਹਿਣਗੇ ADS ਇਹਨਾਂ ਨੂੰ। ਤੇ ਇਹਦਾ ਟਿੱਕਰ ਹੋਏਗਾ, ਸਿੰਬਲ ਹੋਏਗਾ ARM ਕੈਪੀਟਲ ਲੈਟਰਸ ਦੇ ਵਿੱਚ। ਹੁਣ ਇਹ ਕੀ ਹੁੰਦਾ ਹੈ, ਜਦੋਂ ਕੋਈ ਕੰਪਨੀ ਪਬਲਿਕ ਹੁੰਦੀ ਹੈ, ਲਿਸਟ ਹੁੰਦੀ ਹੈ ਐਕਸਚੇਂਜ ਦੇ ਉੱਤੇ, ਤਾਂ ਉਹਨੂੰ ਇੱਕ ਨਿਕ ਨੇਮ ਕਹਿ ਲਓ ਮਿਲਦਾ ਹੈ ਜਾਂ ਟਿੱਕਰ ਕਹਿੰਦੇ ਹਾਂ, ਜਿਸ ਨੂੰ ਆਪਾਂ ਸਿੰਬਲ ਕਹਿੰਦੇ ਹਾਂ। ਜਿਸ ਤਰ੍ਹਾਂ ਕਿ ਐਪਲ ਹੈ, ਐਪਲ ਦਾ ਫੁੱਲ ਨੇਮ ਨਹੀਂ ਤੁਹਾਨੂੰ ਉੱਥੇ ਮਿਲੇਗਾ, ਐਕਸਚੇਂਜ ਦੇ ਉੱਤੇ ਮਿਲੇਗਾ, ਉਹਦਾ ਟਿੱਕਰ ਹੈ AAPL। ਸੋ ਇਸ ਤਰ੍ਹਾਂ ਸਾਰੀ ਕੰਪਨੀਜ਼ ਨੂੰ ਟਿੱਕਰ ਮਿਲਦੇ ਹਨ ਤੇ ਇਸ ਕੰਪਨੀ ਦਾ ਟਿੱਕਰ ਹੈ ARM। ਹੁਣ ਇਹਨਾਂ ਨੇ ਫੰਡਸ ਜੋ ਰੇਜ਼ ਕਰਨ ਦੀ ਗੱਲ ਕੀਤੀ ਹੈ ਉਹ ਹੁਣ ਹੋਰ ਘਟ ਗਿਆ ਪਹਿਲੇ ਨਾਲੋਂ। ਜਿਸ ਤਰ੍ਹਾਂ ਪਹਿਲੇ ਇਹਨਾਂ ਨੇ 8 ਤੋਂ 10 ਬਿਲੀਅਨ ਬੋਲਿਆ ਸੀ, ਫਿਰ ਉਸ ਤੋਂ ਘੱਟ ਕੀਤਾ ਸੀ। ਹੁਣ ਆਇਆ ਹੈ ਨਵਾਂ ਐਸਟੀਮੇਟ ਜਿਹਦੇ ਵਿੱਚ ਇਹਨਾਂ ਨੇ ਕਿਹਾ 4.87 $4.87 ਬਿਲੀਅਨ ਦਾ ਜੋ ਫੰਡਸ ਹਨ ਉਹ ਰੇਜ਼ ਕਰਨਗੇ ਇਸ ਆਈਪੀਓ ਦੇ ਵਿੱਚ। ਸ਼ੇਅਰਸ ਜਿਹੜੇ ਹਨ ਉਹ ਆਫਰ ਕਰ ਰਹੇ ਹਨ, ਇਹ 95.5 ਮਿਲੀਅਨ ਸ਼ੇਅਰਸ ਹਨ ਜੋ ਇਸ ਆਈਪੀਓ ਦੇ ਵਿੱਚ ਆਫਰ ਹੋ ਰਹੇ ਹਨ। ਤੇ ਉਹਨਾਂ ਦੀ ਜੋ ਐਸਟੀਮੇਸ਼ਨ ਆਈ ਹੈ ਪ੍ਰਾਈਸ ਦੀ, ਹਾਲੇ ਫਾਈਨਲ ਪ੍ਰਾਈਸ ਜੋ ਹੋਏਗੀ ਉਹ ਆਉਣੀ ਹੈ 13 ਸੈਪਟੈਂਬਰ ਨੂੰ, ਬਟ ਫਿਲਹਾਲ ਜੋ ਐਸਟੀਮੇਟ ਆਇਆ ਹੈ ਉਹ 47 ਤੋਂ ਲੈ ਕੇ 51 ਈਚ ਇਹਦੇ ਵਿੱਚ ਇਹ ਸ਼ੇਅਰ ਹੋ ਸਕਦਾ ਹੈ ਪ੍ਰਾਈਸ। ਸੋ ਦੇਖਦੇ ਹਾਂ ਕਿਸ ਤਰੀਕੇ ਨਾਲ ਫਾਈਨਲ ਇਹਦੀ ਪ੍ਰਾਈਸਿੰਗ ਆਉਂਦੀ ਹੈ। ਤੇ ਉਸ ਤੋਂ ਬਾਅਦ ਇਹਦੀ ਜੋ ਵੈਲਿਊਏਸ਼ਨ ਹੈ ਉਹ ਹੁਣ ਐਸਟੀਮੇਟ ਲਗਾ ਰਹੇ ਹਨ ਐਕਸਪਰਟਸ ਤੇ ਉਹ ਕੰਪਨੀ ਵੀ ਕਿ $54.5 ਬਿਲੀਅਨ ਦੀ ਇਹਦੀ ਵੈਲਿਊਏਸ਼ਨ ਹੋਏਗੀ ਕੰਪਨੀ ਦੀ ਇਹ ਸ਼ੇਅਰਸ ਆਫਰ ਕਰਨ ਤੋਂ ਬਾਅਦ। ਤੇ ਨਾਲ ਹੀ ਉਹਨਾਂ ਨੇ ਉਹਨਾਂ ਨੂੰ ਆਪਸ਼ਨ ਦਿੱਤੀ ਹੈ ਬੈਂਕਸ ਨੂੰ, ਜਿਹਦੇ ਅੰਡਰ ਰਾਈਟਰਸ ਹਨ, ਕਿ ਵੀ ਤੁਸੀਂ 95.5 ਮਿਲੀਅਨ ਸ਼ੇਅਰਸ ਤੇ ਆਫਰ ਕਰ ਹੀ ਰਹੇ ਹਨ ਬਟ 1 ਮਿਲੀਅਨ ਉਹਨਾਂ ਨੂੰ ਐਕਸਟਰਾ ਦਿੱਤਾ ਹੈ ਇਨ ਕੇਸ ਉਹਨਾਂ ਨੂੰ ਹੋਰ ਮਤਲਬ ਕਿ ਜਿੱਦਾਂ ਉਹ ਆਫਰ ਕਰ ਸਕਣਗੇ। 1 ਮਹੀਨਾ ਉਹਨਾਂ ਕੋਲ ਹੋਏਗਾ, ਅਗਰ ਉਹ ਵੇਚ ਸਕੇ ਜਾਂ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੋਏਗੀ ਤਾਂ ਉਹਨਾਂ ਕੋਲ 7 ਮਿਲੀਅਨ ਦਾ ਕਹਿ ਲਓ ਆਪਸ਼ਨ ਹੈ ਐਕਸਟਰਾ ਔਨ ਟਾਪ ਆਫ 90.5 ਮਿਲੀਅਨ ਸ਼ੇਅਰਸ। ਤੇ ਉਸ ਤੋਂ ਬਾਅਦ ਹੈ ਇਹਦਾ ਆਪਣਾ ਜੋ ਇੱਕ ਸਟੇਕ ਸੀਗਾ, ਮੈਂ ਆਈ ਥਿੰਕ ਪਹਿਲੇ ਮੈਂਸ਼ਨ ਕਰ ਚੁੱਕੀ ਹਾਂ, ਜੋ ਵਿਜ਼ਨ ਫੰਡ ਦਾ ਜੋ 25% ਦਾ ਸਟੇਕ ਸੀਗਾ ਆਮ ਦੇ ਵਿੱਚ, ਉਹ ਸੌਫਟ ਬੈਂਕ ਨੇ ਬਾਏ ਕਰ ਲਿਆ ਹੈ। ਉਸ ਤੋਂ ਬਾਅਦ ਬਾਏ ਕਰਨ ਤੋਂ ਬਾਅਦ ਵੀ ਓਵਰਆਲ ਜੋ ਇਹਦਾ ਕੰਟਰੋਲ ਰਹੇਗਾ ਆਮ ਦੇ ਉੱਤੇ ਸੌਫਟ ਬੈਂਕ ਦਾ, ਉਹ 90% ਰਹੇਗਾ। ਤਾਂ ਹੀ ਉਹ ਕਹਿ ਰਹੇ ਹਨ ਕਿ ਅਸੀਂ 10% ਸ਼ੇਅਰਸ ਹੀ ਸੈਲ ਕਰ ਰਹੇ ਹਾਂ ਤੇ 90% ਜਿਹੜਾ ਹੈਗਾ ਸਟੇਕ ਉਹ ਕੰਪਨੀ ਕੋਲ, ਕੰਟਰੋਲ ਕੰਪਨੀ ਕੋਲ ਰਹੇਗਾ, ਸੌਫਟ ਬੈਂਕ ਦੇ ਕੋਲ। ਭਾਵੇਂ ਇਹ 10% ਹੀ ਸ਼ੇਅਰਸ ਆਫਰ ਕਰ ਰਹੇ ਹਨ ਪਬਲਿਕ ਨੂੰ ਜਾਂ ਆਈਪੀਓ ਦੇ ਵਿੱਚ, ਬਟ ਸਟਿਲ ਇਹਨੂੰ ਵਰਲਡ ਦਾ ਬਿਗੇਸਟ ਆਈਪੀਓ ਬੋਲਿਆ ਜਾ ਰਿਹਾ ਇਸ ਸਾਲ ਦਾ। ਇਹ ਪਹਿਲੇ ਮੈਂ ਮੈਂਸ਼ਨ ਕਰ ਚੁੱਕੀ ਹਾਂ ਪਰ ਫਿਰ ਤੋਂ ਉਹਨਾਂ ਨੇ ਇੱਕ ਵਾਰੀ ਐਸਟੀਮੇਟ ਐਕਸਪਰਟਸ ਨੇ ਲਗਾਇਆ ਹੈ ਕਿ ਭਾਵੇਂ ਘੱਟ ਤੋਂ ਘੱਟ ਹੀ ਕੰਪਨੀ ਦੇ ਅਗਰ ਰੇਸ਼ੋ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਘੱਟ ਤੋਂ ਘੱਟ ਸ਼ੇਅਰਸ ਹੀ ਆਫਰ ਹੋ ਰਹੇ ਹਨ 10%, ਬਟ ਸਟਿਲ ਇਹ ਬਿਗੇਸਟ ਹੋਏਗਾ ਜੇ ਵੈਲਿਊਏਸ਼ਨ ਦੇ ਹਿਸਾਬ ਨਾਲ ਤੁਸੀਂ ਦੇਖੋ ਇਸ ਨੂੰ।
ਇਹਦੇ ਨਾਲ ਹੋਰ ਵੀ ਕੰਪਨੀਜ਼ ਨੂੰ ਮੋਟੀਵੇਸ਼ਨ ਮਿਲੇਗਾ। ਮੈਂ ਪਹਿਲੇ ਮੈਂਸ਼ਨ ਕੀਤਾ ਸੀ, ਬਟ ਵਾਂਸ ਅਗੇਨ ਉਹ ਕਹਿੰਦੇ ਹਨ ਐਕਸਪਰਟਸ ਕਿ ਵੀ ਜੋ ਟੈਕ ਕੰਪਨੀਜ਼ ਸਨ, ਜਿਹੜੀਆਂ ਕੰਪਨੀਜ਼ ਜਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਆਏ ਸੀ 2009 ਦੇ ਵਿੱਚ, ਉਦੋਂ ਤੋਂ ਮਾਰਕੀਟ ਵਿੱਚ ਹਨ, ਬਟ ਉਹ ਪਬਲਿਕ ਨਹੀਂ ਹੋਈਆਂ। ਇਟਸ ਮੋਰ ਲਾਈਕ ਕਿ ਜਿੱਦਾਂ ਪਾਈਪਲਾਈਨ 'ਚ ਪਈਆਂ ਹਨ, ਜਾਂ ਉਹ ਪਲੈਨਿੰਗ ਕਰ ਰਹੀਆਂ ਹਨ, ਜਾਂ ਲਿਸਟਿੰਗ ਦੇ ਵਿੱਚ ਹਨ, ਬਟ ਹਾਲੇ ਤੱਕ ਉਹਨਾਂ ਨੇ ਨਹੀਂ ਕੀਤਾ ਉਸ ਕ੍ਰਾਈਸਿਸ ਤੋਂ ਬਾਅਦ। ਹੁਣ ਹੋ ਸਕਦਾ ਹੈ ਇਹਦੇ ਲਾਂਚ ਹੋਣ ਨਾਲ ਸਕਸੈਸਫੁਲੀ ਉਹਨਾਂ ਨੂੰ ਮੋਟੀਵੇਸ਼ਨ ਮਿਲੇ, ਉਤਸ਼ਾਹ ਮਿਲੇ, ਤੇ ਉਹ ਵੀ ਆਪਣੇ IPOs ਲਾਂਚ ਕਰਨਗੀਆਂ। ਦੂਸਰੀਆਂ ਕੰਪਨੀਜ਼ ਤੇ ਕਰ ਹੀ ਰਹੀਆਂ ਹਨ, ਬਟ ਮੇਨ ਜੋ ਫੋਕਸ ਹੈ ਉਹ ਟੈਕ ਕੰਪਨੀਜ਼ ਦਾ ਵੀ ਹੈ ਕਿ ਹੋ ਸਕਦਾ ਕਿੰਨੀਆਂ ਹੋਰ ਕੰਪਨੀਜ਼, ਟੈਕ ਕੰਪਨੀਜ਼ ਮਾਰਕੀਟ ਦੇ ਵਿੱਚ IPO ਲੈ ਕੇ ਆ ਸਕਦੀਆਂ ਹਨ। ਹੁਣ ਇਹਦੇ ਕੰਪੀਟੀਸ਼ਨ ਦੇ ਚੈਲੰਜਸ ਦੀ ਥੋੜੀ ਜੀ ਗੱਲ ਕਰਾਂਗੇ, ਜ਼ਿਆਦਾ ਡਿਟੇਲ ਨਹੀਂ, ਥੋੜੀ ਜੀ ਗੱਲ ਕਰਦੇ ਹਾਂ। ਜੋ ਮਾਰਕੀਟ ਐਕਸਪਰਟਸ ਹਨ ਉਹ ਕਹਿ ਰਹੇ ਹਨ ਕਿ SoftBank ਜੋ ਗਰੁੱਪ ਹੈ ਉਸਨੇ ਇਸ ਕੰਪਨੀ ਨੂੰ, ਆਮ ਨੂੰ 2016 ਦੇ ਵਿੱਚ ਬਾਏ ਕੀਤਾ ਸੀ $32 ਬਿਲੀਅਨ ਦੇ ਨਾਲ। ਸੋ ਅਗਰ $32 ਬਿਲੀਅਨ ਦੇ ਨਾਲ ਇਹ ਬਾਏ ਕੀਤਾ ਸੀਗਾ ਤਾਂ ਹੁਣ ਉਹਦੀ ਵੈਲਿਊਏਸ਼ਨ ਹੋਣ ਜਾ ਰਹੀ ਹੈ 54 ਤੋਂ ਲੈ ਕੇ 55 ਬਿਲੀਅਨ ਤੱਕ। ਸੋ ਅਬਾਊਟ 70% ਦਾ ਗੇਨ ਕਹਿ ਸਕਦੇ ਹੋ ਇੰਨੇ ਸਾਲਾਂ ਦੇ ਵਿੱਚ, 2016 ਤੋਂ ਲੈ ਕੇ 2023 ਤੱਕ। ਤੇ ਬਟ ਅਗਰ ਤੁਸੀਂ ਕੰਪੈਰੀਜ਼ਨ ਕਰੋ ਇਹਦੇ ਜੋ ਸੈਮੀਕੰਡਕਟਰ ਦਾ ਇੰਡੈਕਸ ਹੈ, ਫਿਲਾਡੈਲਫੀਆ ਸੈਮੀਕੰਡਕਟਰ ਇੰਡੈਕਸ ਹੈ, ਜੋ SOX ਜਿਸਨੂੰ ਸ਼ਾਰਟ ਫਾਰਮ 'ਚ ਬੋਲਦੇ ਹਾਂ, ਉਹ ਜਿਹੜਾ ਹੈਗਾ 5 ਟਾਈਮਸ, ਉਹਦੀ ਕੰਪਨੀਜ਼ 5 ਫੋਲਡ ਵਧੀਆਂ ਹਨ ਇੰਨੇ ਸਾ ਟਾਈਮ ਦੇ ਵਿੱਚ। ਉਹ ਜ਼ਿਆਦਾ ਵਧੀਆਂ ਹਨ ਤੇ ਬਹੁਤ ਜ਼ਿਆਦਾ ਉਹਨਾਂ ਨੇ ਗਰੋਥ ਕੀਤੀ ਹੈ ਆਪਣੀ। ਤੇ ਨਵੀਡੀਆ ਨੂੰ ਅਗਰ ਤੁਸੀਂ ਦੇਖੋ, ਇਹਦਾ ਕਲਾਇੰਟ ਵੀ ਹੈ, ਇਹਦਾ ਕੰਪੀਟੀਟਰ ਵੀ ਕਹਿ ਸਕਦੇ ਹੋ। ਉਹ ਤੇ 3600 ਵਧਿਆ 2016 ਤੋਂ ਲੈ ਕੇ ਹੁਣ ਤੱਕ। ਤੇ ਉਹਦੇ ਕੰਪੈਰੀਜ਼ਨ 'ਚ ਅਗਰ ਤੁਸੀਂ ਕਰੋ ਤਾਂ ਇਹਦੀ ਜਿਹੜੀ ਗਰੋਥ ਹੈ ਆਮ ਦੀ ਉਹ ਸਲੋ ਹੈ। ਤੇ ਐਕਸਪਰਟਸ ਨੂੰ ਇਹ ਲੱਗਦਾ ਹੈ ਵੀ ਕਿਸ ਤਰੀਕੇ ਨਾਲ ਮਾਰਕੀਟ ਨੂੰ ਕੈਪਚਰ ਕਰੇਗਾ, ਕਿਸ ਤਰੀਕੇ ਨਾਲ ਗੈਪ ਹੈ ਜੋ ਪੈ ਗਿਆ ਇਹਦਾ ਦੂਸਰੀ ਕੰਪਨੀਜ਼ ਨਾਲੋਂ, ਕਿਸ ਤਰੀਕੇ ਨਾਲ ਫਿਲ ਕਰੇਗਾ। ਬਟ ਸਟਿਲ ਜੋ ਇਹਦਾ ਓਨਰ ਹੈ SoftBank, ਜਾਂ ਉਹਦਾ ਓਨਰ ਹੈ, ਉਹ ਕਾਫੀ ਜ਼ਿਆਦਾ ਕਹਿ ਲਓ ਪੋਜ਼ਿਟਿਵ ਹੈ ਮਾਰਕੀਟ ਨੂੰ ਲੈ ਕੇ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ, ਟੈਕ ਦੇ ਵਿੱਚ ਜੋ ਹੋਰ ਕਿੰਨਾ ਕੁਝ ਹੋ ਸਕਦਾ ਹੈ ਉਸ ਚੀਜ਼ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਪੋਜ਼ਿਟਿਵ ਹੈ। ਉਸ ਨੂੰ ਲੱਗਦਾ ਹੈ ਕਿ ਸਟਿਲ ਰੂਮ ਹੈ ਗਰੋ ਕਰਨ ਦੇ ਲਈ। ਇਹ ਜੋ ਮੈਂ ਹੁਣ ਬੋਲ ਰਹੀ ਸੀ ਕਿ ਵੀ ਉਹਨਾਂ ਨੂੰ ਲੱਗਦਾ ਹੈ ਕਿ ਦੇयर ਸਟਿਲ ਅ ਰੂਮ ਟੂ ਗਰੋ। ਸੋ ਗਰੋਥ ਦੇ ਚਾਂਸਿਸ ਹਨ। ਹਾਰਡ ਵਰਕ ਕਰਨਾ ਪੈ ਸਕਦਾ ਹੈ, ਨਵੇਂ ਉਹਨਾਂ ਨੂੰ ਪ੍ਰੋਡਕਟਸ ਲੱਭਣੇ ਪੈ ਸਕਦੇ ਹਨ, ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਪਲਾਨ ਕੀਤਾ ਹੋਏਗਾ ਦੈਟਸ ਵਾਈ IPO ਲਾਂਚ ਕਰ ਰਹੇ ਹਨ। ਅਗਰ ਹੋਰ ਗਰੋਥ ਨਹੀਂ ਤਾਂ ਉਹ ਕਹਿੰਦੇ ਐਕਸਪਰਟਸ ਇਹਨਾਂ ਤੇ ਹੋਏਗਾ ਅਗਰ ਇਹ ਸਕਸੈਸਫੁਲੀ ਲਾਂਚ ਹੋ ਜਾਂਦਾ, ਐਟਲੀਸਟ ਉਹ ਆਪਣਾ ਲਾਸ ਜੋ ਲਾਸਟ ਈਅਰ ਇਹਨੂੰ ਹੋਇਆ ਸੀ ਵਿਜ਼ਨ ਫੰਡ ਦੇ ਥਰੂ $30 ਬਿਲੀਅਨ ਦਾ, ਉਹ ਤੇ ਐਟਲੀਸਟ ਕਵਰ ਹੋ ਹੀ ਜਾਏਗਾ ਅਗਰ ਆਪਾਂ ਘੱਟ ਤੋਂ ਘੱਟ ਵੀ ਲੈ ਕੇ ਚੱਲੀਏ। ਅਗਰ ਗਰੋਥ ਆਪਾਂ ਕਹਿੰਦੇ ਹਾਂ ਕਿ ਇਹਦੀ ਸਲੋ ਹੈ ਤੇ ਕਿਸ ਤਰੀਕੇ ਨਾਲ ਗੈਪ ਫਿਲ ਕਰੇਗਾ, ਪਰ ਇਹਨਾਂ ਤੇ ਸਭ ਨੂੰ ਸ਼ੋਰ ਹੈ ਕਿ ਅਗਰ ਸਕਸੈਸਫੁਲੀ ਲਾਂਚ ਹੋ ਜਾਂਦਾ ਤਾਂ ਆਪਣੇ ਲਾਸਿਸ ਨੂੰ ਰਿਕਵਰ ਕਰ ਪਾਏਗਾ। ਤੇ ਉਸ ਤੋਂ ਬਾਅਦ ਮੇਨ ਹੈ ਇਹ ਕੀ ਸਪਲਾਈ ਚੇਨ ਹੈ ਜਿਹੜੀ ਆਮ ਦਾ ਬੈਕਬੋਨ ਹੈ ਇਹ ਬਹੁਤ ਸਾਰੀ ਕੰਪਨੀਜ਼ ਦੀ, ਬਿਕੋਜ਼ ਇਹਦਾ ਹੀ ਆਰਕੀਟੈਕਚਰ ਜੋ ਡਿਜ਼ਾਈਨ ਹੈ ਬਲੂਪ੍ਰਿੰਟ ਆ ਕੰਪਨੀਜ਼ ਯੂਜ਼ ਕਰਦੀਆਂ ਹਨ, ਇਵਨ ਸਕਸੈਸਫੁਲ ਕੰਪਨੀਜ਼ ਵੀ ਉਹੀ ਯੂਜ਼ ਕਰਦੀਆਂ ਹਨ। ਸੋ ਉਹਦੇ ਕਰਕੇ ਤੁਸੀਂ ਕਹਿ ਸਕਦੇ ਹੋ ਬਈ ਭਾਵੇਂ ਚੈਲੰਜਸ ਹਨ ਬਟ ਚਾਂਸਿਸ ਹਨ ਕਿ ਉਹ ਚੈਲੰਜਸ ਨੂੰ ਬ੍ਰੇਕ ਕਰਕੇ ਅੱਗੇ ਨਿਕਲ ਜਾਏਗਾ। ਸੋ ਉਸ ਤੋਂ ਬਾਅਦ ਇਹ ਹੈ ਕਿ ਵੀ ਇੰਨੇ ਕੰਪੀਟੀਸ਼ਨ ਤੋਂ ਬਾਅਦ ਵੀ ਓਪਰਚੁਨਿਟੀਜ਼ ਇਹਦੇ ਕੋਲ ਹੋਣਗੀਆਂ ਗ੍ਰੈਬ ਕਰਨ ਦੇ ਲਈ। ਤੇ ਨਾਲ ਹੀ ਐਕਸਪਰਟਸ ਇਹ ਵੀ ਐਸਟੀਮੇਟ ਲਗਾ ਰਹੇ ਹਨ ਅਗਰ ਇਹ ਸਭ ਚੈਲੰਜਸ ਨੂੰ ਬੀਟ ਕਰ ਜਾਂਦਾ ਹੈ ਤਾਂ ਇਹ 2-3 ਸਾਲਾਂ ਦੇ ਵਿੱਚ ਇਹਦੀ ਜਿਹੜੀ ਵੈਲਿਊਏਸ਼ਨ ਆ ਉਹ $80 ਬਿਲੀਅਨ ਤੋਂ ਕ੍ਰਾਸ ਕਰ ਸਕਦੀ ਹੈ। ਆਪਣੇ ਸਭ ਦੇ ਵਿਊਜ਼ ਹਨ, ਕਿਸੇ ਨੂੰ ਲੱਗਦਾ ਕਿ ਕਿੱਥੇ ਕਵਰ ਕਰੇਗਾ ਇਹ ਸਾਰਾ ਇੰਨਾ ਵੱਡਾ ਗੈਪ, ਕਿਵੇਂ ਫਿਲ ਕਰੇਗਾ ਦੂਸਰੀ ਕੰਪਨੀਜ਼ ਨਾਲੋਂ। ਕਿਸੇ ਨੂੰ ਲੱਗਦਾ ਵੀ ਨਹੀਂ ਇਹ ਤੇ ਮੇਨ ਸਪਲਾਇਰ ਹੈ, ਸਾਰੀਆਂ ਕੰਪਨੀਜ਼ ਤੇ ਇਹਦੇ ਕੋਲੋਂ ਹੀ ਆਰਕੀਟੈਕਚਰ, ਇਹਦਾ ਹੀ ਬਲੂਪ੍ਰਿੰਟ ਯੂਜ਼ ਕਰਦੀਆਂ ਹਨ, ਇਹਦੇ ਹੀ ਚਿਪ ਡਿਜ਼ਾਈਨ ਯੂਜ਼ ਕਰਦੀਆਂ ਹਨ। ਸੋ ਅਗਰ ਉਹ ਵੱਧ ਰਹੀਆਂ ਹਨ ਤੇ ਇਹ ਕਿਉਂ ਨਹੀਂ ਵੱਧ ਸਕਦੇ। ਤਾਂ ਇਸ ਤਰੀਕੇ ਨਾਲ ਉਹ ਪੋਜ਼ਿਟਿਵ ਵੀ ਹਨ, ਦੈਟਸ ਵਾਈ ਉਹਨਾਂ ਨੇ ਬੋਲਿਆ ਕਿ ਵੀ $80 ਬਿਲੀਅਨ ਤੋਂ ਕ੍ਰਾਸ ਕਰ ਸਕਦੀ ਹੈ ਇਹਦੀ ਵੈਲਿਊਏਸ਼ਨ। ਸੋ ਆਪਾਂ ਤੇ ਪੋਜ਼ਿਟਿਵ ਹੀ ਸੋਚਣਾ ਹੈ। ਤਾਂ ਬਾਕੀ ਮਾਰਕੀਟ ਜਿਸ ਤਰੀਕੇ ਨਾਲ ਆਏਗਾ, ਸ਼ੇਅਰਸ ਆਉਣਗੇ ਤਾਂ ਫਿਰ ਪਤਾ ਚੱਲ ਹੀ ਜਾਣਾ ਕੀ ਹੋ ਰਿਹਾ ਹੈ।
ਤੇ ਹੁਣ ਜੋ ਮੈਂ ਪਹਿਲੇ ਵੀ ਬੋਲਿਆ ਸੀ ਜਿਹੜੇ ਇਹਦੇ ਕਲਾਇੰਟਸ ਹਨ, ਇਹ ਜਿਸ ਤਰ੍ਹਾਂ ਐਪਲ ਹੈ, ਨਵੀਡੀਆ ਹੈ, AMD ਐਂਡ ਆਲ, ਉਹਨਾਂ ਨੇ ਜਿਸ ਤਰ੍ਹਾਂ ਇੰਡੀਕੇਸ਼ਨ ਕੀਤਾ ਸੀ ਸ਼ੇਅਰਸ ਬਾਏ ਕਰਨ ਦਾ, ਤਾਂ ਕਹਿ ਰਹੇ ਹਨ 735 ਮਿਲੀਅਨ ਦੇ ਜੋ ਸ਼ੇਅਰਸ ਹਨ, 735 ਮਿਲੀਅਨ ਡਾਲਰਸ ਦੇ ਸ਼ੇਅਰਸ ਹਨ, ਇਹ ਕੰਪਨੀਜ਼ ਨੇ ਬਾਏ ਕਰਨ ਦਾ ਜਿੱਦਾਂ ਕਹਿ ਲਓ ਕਮਿਟਮੈਂਟ ਤੇ ਨਹੀਂ ਕਹਿ ਸਕਦੇ, ਬਟ ਇਸ ਤਰ੍ਹਾਂ ਦਾ ਆ ਰਿਹਾ ਇੰਡੀਕੇਸ਼ਨ ਕਿ ਵੀ 735 ਮਿਲੀਅਨ ਡਾਲਰਸ ਦੇ ਸ਼ੇਅਰਸ ਇਹ ਸਾਰੀਆਂ ਕੰਪਨੀਜ਼ ਬਾਏ ਕਰਨਗੀਆਂ। ਸੋ ਅੱਛੀ ਚੀਜ਼ ਹੈ, ਅਗਰ ਇਹ ਸਟਰੋਂਗ ਕੰਪਨੀਜ਼ ਹੀ ਉਹਦੀਆਂ ਸ਼ੇਅਰ ਹੋਲਡਰਸ ਬਣਦੀਆਂ ਹਨ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਵੀ ਕੰਪਨੀ ਨੂੰ ਇੱਕ ਸਟਰੋਂਗ ਸਪੋਰਟ, ਇੱਕ ਸਟਰੋਂਗ ਕਾਰਨਰ ਉਹਦਾ ਖੜਾ ਹੋ ਰਿਹਾ, ਜਿਹਦੇ ਨਾਲ ਕਿ ਉਹਨੂੰ ਲੌਂਗ ਟਰਮ ਦੇ ਵਿੱਚ ਵੀ ਫਾਇਦਾ ਹੋਏਗਾ। ਤੇ ਔਨ ਟਾਪ ਆਫ ਦੈਟ ਉਹ 10 ਕੰਪਨੀ ਜਾਂ 9 ਕੰਪਨੀਜ਼ ਤੇ ਬਾਏ ਕਰ ਹੀ ਰਹੀਆਂ ਹਨ। ਔਨ ਟਾਪ ਆਫ ਦੈਟ ਐਪਲ ਦੇ ਨਾਲ ਐਗਰੀਮੈਂਟ ਜੋ ਹੋਇਆ ਇਹਦਾ, ਉਹ ਇਹਨਾਂ ਨੇ ਐਗਰੀਮੈਂਟ ਇਸ ਤਰੀਕੇ ਨਾਲ ਕੀਤਾ ਹੈ ਕਿ ਬਈ ਜਿਹੜੀ ਇਹਦੇ ਡਿਜ਼ਾਈਨ ਜਾਂ ਇਹਦਾ ਜੋ ਆਰਕੀਟੈਕਚਰ ਯੂਜ਼ ਕਰਦਾ ਹੈ ਐਪਲ, ਉਹ ਐਗਰੀਮੈਂਟ ਦੇ ਵਿੱਚ ਉਹਨਾਂ ਨੇ ਬੰਨ ਲਿਆ ਹੈ ਕਿ 2040 ਤੋਂ ਬਿਯੋਂਡ ਤੱਕ ਉਹ ਐਗਰੀਮੈਂਟ ਚੱਲੇਗਾ। ਤੇ ਇਹਦੇ ਨਾਲ ਕੀ ਹੁੰਦਾ, ਜਦੋਂ ਤੁਹਾਡਾ ਇੱਕ ਐਗਰੀਮੈਂਟ ਕਿਸੇ ਕੰਪਨੀ ਨਾਲ ਹੋ ਜਾਂਦਾ, ਉਹਦਾ ਇੱਕ ਪੋਜ਼ਿਟਿਵ ਸਾਈਡ ਇਹ ਹੈ ਕਿ ਵੀ ਤੁਹਾਨੂੰ ਸ਼ੋਰਟੀ ਹੁੰਦੀ ਹੈ ਕਿ ਵੀ ਹੁਣ ਇਹ ਕਲਾਇੰਟ ਹੈ, ਇਹ ਮੇਰਾ ਕਸਟਮਰ ਹੈ, ਕਿਤੇ ਨਹੀਂ ਜਾਏਗਾ, ਬਿਕੋਜ਼ ਉਹਨੇ ਐਗਰੀਮੈਂਟ ਕਰ ਲਿਆ ਹੋਇਆ। ਉਹਦੇ ਨਾਲ ਕੀ ਹੁੰਦਾ, ਤੁਹਾਨੂੰ ਪਤਾ ਤੁਸੀਂ ਬਿਜ਼ਨਸ ਸਿਕਿਉਰ ਕਰ ਲਿਆ, ਤਾਂ ਇੱਕ ਪਰਟੀਕੂਲਰ ਰੈਵਨਿਊ ਤੁਹਾਡੀ ਜਿਹੜੀ ਜਨਰੇਟ ਹੁੰਦੀ ਹੈ ਉਸ ਬਿਜ਼ਨਸ ਤੋਂ, ਉਹ ਤੁਹਾਡੀ ਸਿਕਿਉਰ ਹੋ ਗਈ ਹੈ। ਸੋ ਉਹ ਇੱਕ ਬਹੁਤ ਵੱਡਾ ਪੋਜ਼ਿਟਿਵ ਪੁਆਇੰਟ ਹੈ, ਬਿਕੋਜ਼ ਐਟ ਦਾ ਸੇਮ ਟਾਈਮ ਜਿਹੜੇ ਆਮ ਦੇ ਅਦਰ ਕਲਾਇੰਟਸ ਹਨ, ਉਹ ਜਿਸ ਤਰ੍ਹਾਂ ਉਹਦੇ ਰਾਈਵਲਸ ਕੋਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤਰ੍ਹਾਂ ਕੁਝ ਕੰਪਨੀਜ਼ ਕੁਆਲਕॉम ਐਂਡ ਆਲ, ਕੁਝ ਉਹ ਐਡਵਾਂਸ ਟੈਕਨੋਲੋਜੀ ਡਿਵੈਲਪ ਕਰ ਰਹੀਆਂ ਹਨ, ਜਿਹਦੇ ਨਾਲ ਇਹਦੇ ਕਲਾਇੰਟਸ ਨੂੰ ਕੁਝ ਹੱਦ ਤੱਕ ਨੁਕਸਾਨ ਹੋ ਸਕਦਾ। ਆਈ ਮੀਨ ਆਮ ਨੂੰ ਨੁਕਸਾਨ ਹੋ ਸਕਦਾ, ਬਟ ਕਲਾਇੰਟਸ ਤਾਂ ਓਬਵੀਅਸਲੀ ਦੂਸਰੇ ਜਿੱਦਾਂ ਸਪਲਾਈ ਚੇਨ ਕੋਲ ਜਾ ਸਕਦੀਆਂ ਹਨ ਅਗਰ ਉਹਨਾਂ ਨੂੰ ਬੈਟਰ ਪ੍ਰਾਈਸ ਮਿਲਦੀ ਹੈ ਆਪਣੇ ਜੋ ਵੀ ਪ੍ਰੋਡਕਟ ਜਾਂ ਜੋ ਵੀ ਡਿਜ਼ਾਈਨਸ ਯੂਜ਼ ਕਰਦੀਆਂ ਹਨ। ਸੋ ਜਿਸ ਤਰ੍ਹਾਂ ਇਹਨੂੰ ਡਰ ਵੀ ਹੈ ਕਿ ਮੇਰੇ ਕਲਾਇੰਟਸ ਚਲੇ ਜਾਣਗੇ, ਬਟ ਐਟ ਦ ਸੇਮ ਟਾਈਮ ਇਹਨੇ ਐਪਲ ਜੋ ਕਿ ਬਿਗੇਸਟ ਟੈਕ ਕੰਪਨੀ ਹੈ, ਜਿਹੜਾ ਕਿ ਸਿਕਿਉਰ ਬਿਜ਼ਨਸ ਮੰਨਿਆ ਜਾਂਦਾ, ਉਹਦੇ ਨਾਲ ਐਗਰੀਮੈਂਟ ਜਿਹੜਾ ਡੀਲ ਹੈ ਉਹ ਆਪਣੀ ਫਾਈਨਲ ਕਰ ਲਈ ਹੈ 2040 ਜਾਂ ਉਸ ਤੋਂ ਜ਼ਿਆਦਾ ਤੱਕ। ਸੋ ਇਹ ਬਹੁਤ ਵੱਡੀ ਪੋਜ਼ਿਟਿਵ ਚੀਜ਼ ਇਹਦੇ ਲਈ ਕਹਿ ਸਕਦੇ ਹੋ ਤੁਸੀਂ ਕੰਪਨੀ ਦੇ ਲਈ। ਹੁਣ ਆਪਾਂ ਇੱਥੇ ਹੀ ਰੈਪ ਅਪ ਕਰਦੇ ਹਾਂ ਇਹ ਸੈਸ਼ਨ, ਤੇ ਮੈਂ ਅੱਗੇ ਹੋਰ ਕੁਝ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਵੀਡੀਓ ਲੈ ਕੇ ਆਵਾਂਗੀ, ਤੇ ਹੋਪਫੁਲੀ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਹੋਵੇਗਾ, ਹੋਪਫੁਲੀ ਇਹ ਇਨਫੋਰਮੇਸ਼ਨ ਵੀ ਤੁਹਾਨੂੰ ਯੂਜ਼ਫੁਲ ਰਹੀ ਹੋਏਗੀ ਤੇ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ। ਮੈਂ ਕੋਸ਼ਿਸ਼ ਕਰਾਂਗੀ ਹਰ ਵੀਡੀਓ ਦੇ ਵਿੱਚ ਕੁਝ ਨਾ ਕੁਝ ਇਦਾਂ ਦਾ ਲੈ ਕੇ ਆਵਾਂ ਕਿ ਜਿਹੜਾ ਤੁਹਾਡਾ ਫਾਊਂਡੇਸ਼ਨ ਹੈ ਤੁਹਾਡਾ ਉਹ ਸਟਰੋਂਗ ਹੋ ਜਾਏ। ਜਿਸ ਤਰ੍ਹਾਂ ਸ਼ੇਅਰ ਮਾਰਕੀਟ 'ਚ ਐਂਟਰ ਕਰਨਾ ਹੈ ਜਾਂ ਐਂਟਰ ਕੀਤਾ ਹੀ ਹੈ ਹਾਲੇ ਤੁਸੀਂ, ਤੇ ਸਟਿਲ ਤੁਸੀਂ ਲਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਵੀ ਸਿੰਪਲ ਤੋਂ ਸਿੰਪਲ ਤਰੀਕੇ ਦੇ ਨਾਲ ਛੋਟੀ ਤੋਂ ਛੋਟੀ ਇਨਫੋਰਮੇਸ਼ਨ ਨੂੰ ਐਕਸਪਲੇਨ ਕੀਤਾ ਜਾਏ ਤਾਂ ਕਿ ਈਜ਼ੀ ਟੂ ਅੰਡਰਸਟੈਂਡ ਹੋ ਸਕੇ ਉਹ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂਗੀ। ਥੈਂਕ ਯੂ so much for watching my video. I will see you in the next video now. Thank you.